देखिए जे मैं गल करां ते एक बड़ा ही प्रोग्रेसिव ਤੇ ਇਨਕਲੂਸਿਵ ਟਾਈਪ ਦਾ ਬਜਟ ਹੈ ਜਿਹਨੇ ਆਲ ਸੈਕਟਰਸ ਆਫ ਦ ਇਕਨੋਮੀ ਤੇ ਹਰ ਬੰਦੇ ਨੂੰ ਕਵਰ ਕੀਤਾ ਹੈ। ਮਤਲਬ ਬੈਂਕਾਂ ਦੀ ਤਾਂ ਜੀ ਫਿਰ ਬੈਠੇ ਬੈਠੇ ਹੀ ਲੋਟਰੀ ਨਿਕਲ ਗਈ। ਮੈਂ ਕਹੂੰਗਾ ਜਿਹੜੀ 18-19 ਸੈਂਚੁਰੀ 'ਚ ਆਪਣੀ ਜਿਹੜੀ ਇੰਡਸਟਰੀਅਲ ਰੈਵੋਲੂਸ਼ਨ ਆਈ ਸੀ, ਜੇ ਕਿਤੇ ਉੱਥੇ ਕਮਰਸ਼ੀਅਲ ਬੈਂਕ ਸਟਰੋਂਗ ਨਾ ਹੁੰਦੇ ਤਾਂ ਉੱਥੇ ਕਦੀ ਇੰਡਸਟਰੀਅਲ ਰੈਵੋਲੂਸ਼ਨ ਨਹੀਂ ਆਈ। ਬਿਨਾਂ ਸੰਸਕਾਰ ਨਹੀਂ ਸਹਿਕਾਰ, ਬਿਨਾਂ ਸਹਿਕਾਰ ਨਹੀਂ ਉਤਾਰ। मतलब जी अपनी कंट्री ने डेवलप करना या कुछ करना तो कोऑपरेटिव सैक्टर भी स्ट्रॉन्ग होना, जिदा दिस इज़ अ कोऑपरेटिव बैंक। प्लस ਜਿਹੜੇ ਕਈ मैन्युफैक्चरिंग कोऑपरेटिव्स है ਉਹਨਾਂ ਦੀ ਜਿਹੜੀ टैक्स स्लैब वगैरह है जो ਪਹਿਲਾਂ 30% ਹੁੰਦੀ ਸੀ ਉਹ ਘਟਾ ਕੇ 15% ਕਰਤੀ। ਕੰਜ਼ੰਪਸ਼ਨ ਹੋ ਗਈ ਨਾ, ਤੁਹਾਡੇ ਕੋਲ ਪੈਸਾ ਆ ਗਿਆ ਨਾ, ਜਿਹੜਾ ਸਰਕਾਰ ਨੇ ਲੈਣਾ ਸੀ ਤੁਹਾਡੇ ਕੋਲ ਆ ਗਿਆ। ਹੁਣ ਤੁਹਾਡੇ ਕੋਲ ਆ ਗਿਆ, ਜਾਂ ਤੁਸੀਂ ਬੈਂਕ 'ਚ ਰੱਖੋਗੇ, ਇੰਟਰਸਟ ਲਓਗੇ, ਨਹੀਂ ਹੈ ਤੁਸੀਂ ਕਿਤੇ ਖਰਚ ਕਰੋਗੇ। ਤੁਸੀਂ ਖਰਚ ਕਰੋਗੇ ਤਾਂ ਡਿਮਾਂਡ ਪੈਦਾ ਹੋਗੀ, है ना। डिमांड पूरी करने लिए जिथे पहले एक पेन बनता सी, हर बंदे को पैसे आ गए तो डिमांड बढ़ गई ना। ਸਤਿ ਸ਼੍ਰੀ ਅਕਾਲ, ਤੁਸੀਂ ਦੇਖ ਰਹੇ ਹੋ ਦੈਨਿਕ ਸਵੇਰਾ ਟੀਵੀ। ਮੈਂ ਰਜਿੰਦਰ ਕੌਰ। ਸਭ ਤੋਂ ਵੱਡੀ ਗੱਲ ਇਹ ਹੈ ਕਿ ਅੱਜ ਕੱਲ੍ਹ ਜਿਹੜੀ ਬਜਟ ਨੂੰ ਲੈ ਕੇ ਹੈ ਉਹ ਬੜੀ ਚਰਚਾ ਹੋ ਰਹੀ ਹੈ, ਕਿਉਂਕਿ ਮੋਦੀ ਸਰਕਾਰ ਦਾ ਇੰਨੇ ਸਾਲਾਂ ਦੇ ਵਿੱਚ 10 ਸਾਲ ਦੇ ਵਿੱਚ ਇਹ ਜਿਹੜਾ ਹੈ ਸੰਪੂਰਨ ਬਜਟ ਮੰਨਿਆ ਗਿਆ, ਜੋ ਕਿ ਅਲੱਗ-ਅਲੱਗ ਸੈਕਟਰ ਦੇ ਵਿੱਚ ਬਹੁਤ ਹੀ ਕਾਰਗਰ ਸਾਬਿਤ ਹੋਣ ਦੀ ਗੱਲ ਕਹੀ ਜਾ ਰਹੀ ਹੈ ਮਾਹਿਰਾਂ ਦੇ ਵੱਲੋਂ। ਅਸੀਂ ਇਹਦੇ ਵਿੱਚੋਂ ਇੱਕ ਸੈਕਟਰ ਸੀਗਾ ਬੈਂਕ ਸੈਕਟਰ, ਜਿਸ ਦੇ ਲਈ ਵੀ ਬਹੁਤ ਸਾਰੇ ਐਲਾਨ ਕੀਤੇ ਗਏ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਦੇ ਵੱਲੋਂ। ਸੋ ਅਸੀਂ ਉਸੇ ਹੀ ਬੈਂਕ ਦੇ ਲਈ ਇਹ ਕਿਵੇਂ ਵਧੀਆ ਹੈ, ਕੋਆਪਰੇਟਿਵ ਦੇ ਲਈ ਇਹ ਬਜਟ ਕਿਵੇਂ ਵਧੀਆ ਹੈ, ਉਹੀ ਜਾਣਨ ਦੇ ਲਈ ਪਹੁੰਚੇ ਆ ਸਿਟੀਜ਼ਨ ਬੈਂਕ ਦੇ ਵਿੱਚ। ਉਹਨਾਂ ਦੇ ਮੈਨੇਜਿੰਗ ਡਾਇਰੈਕਟਰ ਸਾਡੇ ਨਾਲ ਨੇ ਕਰਨ ਸ਼ਰਮਾ ਜੀ। ਸੋ ਸਭ ਤੋਂ ਪਹਿਲਾਂ ਤਾਂ ਬਹੁਤ-ਬਹੁਤ ਸਵਾਗਤ ਹੈ ਤੁਹਾਡਾ। ਮੈਡਮ ਥੈਂਕ ਯੂ ਸੋ ਮਚ। ਬਜਟ ਆਇਆ ਤੇ ਉਹ ਬੜਾ ਹੀ ਲੋਕਾਂ ਦੇ ਵੱਲੋਂ ਉਹਦੀ ਸਰਾਹਨਾ ਕੀਤੀ ਗਈ ਕਿ ਬਜਟ ਬਹੁਤ ਵਧੀਆ ਹੈ, ਹਰ ਸੈਕਟਰ ਦੇ ਲਈ ਵਧੀਆ। ਕੁਝ ਲੋਕ ਨਾਰਾਜ਼ ਵੀ ਹੋਏ, ਪਰ ਬੈਂਕ ਸੈਕਟਰ ਦੇ ਲਈ ਇਹ ਬਜਟ ਕਿਵੇਂ ਦਾ ਹੈ? ਦੇਖੀ ਜੇ ਮੈਂ ਗੱਲ ਕਰਾਂ ਤੇ ਬੜਾ ਹੀ ਪ੍ਰੋਗਰੈਸਿਵ ਤੇ ਇਨਕਲੂਸਿਵ ਟਾਈਪ ਦਾ ਬਜਟ ਹੈ ਜਿਹਨੇ ਆਲ ਸੈਕਟਰਸ ਆਫ ਦ ਇਕਨੋਮੀ ਤੇ ਹਰ ਬੰਦੇ ਨੂੰ ਕਵਰ ਕੀਤਾ ਹੈ। ਜੇ ਅਸੀਂ ਕਰੀਏ ਤੇ ਐਜ਼ ਫਾਰ ਐਜ਼ ਬੈਂਕਿੰਗ ਇਜ਼ ਕੰਸਰਨਡ, ਬੈਂਕਿੰਗ ਤਾਂ ਇੱਕ ਜੀ ਜ਼ਰੀਆ ਹੈ। ਜੇ ਇਕਨੋਮੀ ਗਰੋ ਕਰੇਗੀ ਤਾਂ ਬੈਂਕ ਵੀ ਗਰੋ ਕਰਨਗੇ। ਜਿੱਦਾਂ ਕਿ ਮਾਨਨੀय ਫਾਈਨੈਂਸ ਮਿਨਿਸਟਰ ਸਾਹਿਬਾ ਨੇ ਗੱਲ ਕੀਤੀ ਇਨਫਰਾਸਟਰਕਚਰ ਡਿਵੈਲਪਮੈਂਟ ਦੀ। ਹੁਣ ਦੇਖੋ ਜੀ, ਸਰਕਾਰ ਇਨਫਰਾਸਟਰਕਚਰ 'ਚ ਪੈਸੇ ਖਰਚ ਕਰਦੀ ਹੈ ਤੇ ਲੋਕਾਂ ਨੂੰ ਰੋਜ਼ਗਾਰ ਮਿਲਦਾ ਹੈ। ਰੋਜ਼ਗਾਰ ਮਿਲਦਾ ਹੈ, ਕਾਮਨ ਮੈਨ ਦੇ ਹੱਥ 'ਚ ਪੈਸੇ ਆਉਂਦੇ। ਜਦੋਂ ਪੈਸੇ ਆਉਂਦੇ ਫਿਰ ਬੰਦੇ ਦਾ ਖਰਚ ਕਰਨ ਨੂੰ ਵੀ ਜੀ ਵਗੈਰਾ ਕਰਦਾ। ਨੈਚੁਰਲੀ ਫਿਰ ਉਹਨੂੰ ਪੂਰਾ ਆਪਣਾ ਕਰਨ ਲਈ ਜੋ ਇੰਡਸਟਰੀ ਹਾਊਸਿਸ ਹੈ ਜਾਂ ਉਹ ਆਪਣੀ ਪ੍ਰੋਡਕਸ਼ਨ ਵੀ ਵਧਾਉਂਦੇ ਹੈ ਨਾ, ਮਤਲਬ ਸਰਕੂਲੇਸ਼ਨ 'ਚ ਆ ਗਿਆ ਨਾ ਪੈਸੇ। ਉਹ ਵੀ ਆਪਣੇ ਵੱਡੇ ਪਲਾਂਟ ਲਾਉਣਗੇ, ਫਿਰ ਨੈਚੁਰਲੀ ਬੈਂਕ ਤੋਂ ਲੋਨ ਤਾਂ ਲੈਣਗੇ। ਅਤੇ ਜੇ ਉਹ ਬੰਦਾ ਹੈ ਜਿਹਦੇ ਹੱਥ 'ਚ ਪੈਸੇ, ਉਹਦੇ ਕੋਲ ਜ਼ਿਆਦਾ ਪੈਸੇ, ਉਹ ਡਿਪੋਜ਼ਿਟ ਦੇ ਤੌਰ 'ਤੇ ਵੀ ਬੈਂਕ ਰਖਾਉਂਦਾ। ਤਾਂ ਮਤਲਬ ਬੈਂਕਾਂ ਦੀ ਤਾਂ ਜੀ ਫਿਰ ਬੈਠੇ ਬੈਠੇ ਹੀ ਲੋਟਰੀ ਨਿਕਲ ਗਈ, ਮੈਂ ਕਹੂੰਗਾ। ਤਾਂ ਹੀ ਤੁਸੀਂ ਦੇਖਣਾ ਸੀ ਜਦੋਂ ਆਪਣੇ ਫਾਈਨੈਂਸ ਮਿਨਿਸਟਰ ਜਦੋਂ ਬੋਲ ਰਹੇ ਸੀ ਤੇ ਜਿਹੜੇ ਨਿਫਟੀ ਤੇ ਬੈਂਕਿੰਗ ਸਟਾਕਸ ਹੈ ਉਹ ਤਾਂ ਬੜਾ ਸਕਾਈ ਰੌਕਟ ਕਰ ਰਹੇ ਸੀ। ਸੋ ਦਿਸ ਇਜ਼ ਦ ਥਿੰਗ। ਇੱਕ ਤੁਸੀਂ ਹੋਰ ਇਹਦੇ 'ਚ ਦੇਖਿਆ ਹੋਣਾ, ਜਿੱਦਾਂ ਆਪਣੇ ਇੰਡਸਟਰੀਅਲਿਸਟ ਲਈ ਬੜਾ ਇੱਕ ਸੈਂਟਰਲ ਗਵਰਨਮੈਂਟ ਟਰਸਟ ਫॉर ਮਾਈਕਰੋ ਸਮਾਲ ਐਂਡ ਮੀਡੀਅਮ ਐਂਟਰਪ੍ਰਾਈਜ਼ਸ ਜਿਹੜਾ ਹੁੰਦਾ, ਉਹਦੇ 'ਚ ਇਹਨਾਂ ਨੇ ਬੜਾ ਇੱਕ ਸਬਸਟੈਂਸ਼ੀਅਲ ਪੋਰਸ਼ਨ, ਆਈ ਥਿੰਕ ਟੂ ਦ ਟਿਊਨ ਆਫ 9000 ਕਰੋੜ ਜਿਹੜਾ ਹੈ ਉਹ ਐਲੋਕੇਟ ਕੀਤਾ ਹੈ। ਉਹਦੇ 'ਚ ਇਹ ਹੁੰਦਾ ਕਿ ਜਿੱਦਾਂ ਆਪਾਂ MSME ਨੂੰ ਲੋਨ ਦਿੰਦੇ ਹਾਂ ਅਤੇ 70 to 80% ਉਹਦਾ ਜਿਹੜਾ ਹੈ ਉਹ ਗਵਰਨਮੈਂਟ ਗਾਰੰਟੀ ਕਰਦੀ ਹੈ। ਜੇ ਕੋਈ ਪ੍ਰੋਬਲਮ ਹੋ ਜਾਏ ਕੁਛ ਉਹਦੇ ਦਿਨ ਤਾਂ ਗਵਰਨਮੈਂਟ ਪੇਜ਼ ਇਟ। ਅਤੇ ਨੈਚੁਰਲੀ ਬੈਂਕ ਨੂੰ ਖਰਾਬ ਲੋਨ ਦੀ ਜਿੱਦਾਂ ਅਦਰਵਾਈਜ਼ ਪ੍ਰੋਵੀਜ਼ਨਿੰਗ ਕਰਦੇ ਉਹ ਨਹੀਂ ਕਰਨੀ ਪੈਂਦੀ, ਤਾਂ ਇਹਨਾਂ ਬੈਲੈਂਸ ਸ਼ੀਟ 'ਤੇ ਹਿੱਟ ਨਹੀਂ ਬਣਦਾ। ਇਹਦੇ ਨਾਲ ਇੰਡਸਟਰੀ ਨੂੰ ਬੜਾ ਇੱਕ ਇੰਪੀਟਸ ਜਿਹਾ ਜਿਹੜਾ ਹੈ ਉਹ ਮਿਲਦਾ ਹੈ। ਇੱਕ ਬੈਂਕ ਨੂੰ ਹੋਰ ਬੜਾ ਫਾਇਦਾ ਹੋਇਆ ਵੈਸੇ ਤਾਂ, ਜਿੱਦਾਂ ਹੁਣ ਕਈ ਲੋਕ ਇੰਸ਼ੋਰੈਂਸ ਦੀ ਗਾਰੰਟੀਡ ਸਕੀਮਸ ਹੁੰਦੀਆਂ, ਉਹਦੇ 'ਚ ਪੈਸੇ ਵਗੈਰਾ ਇਨਵੈਸਟ ਕਰਦੇ ਸੀ ਅਤੇ ਉਹ ਪਹਿਲਾਂ ਟੈਕਸ ਫਰੀ ਸੀ। ਹੁਣ ਸਰਕਾਰ ਨੇ ਉਹ 'ਤੇ ਟੈਕਸ ਲਾ ਦਿੱਤਾ ਅਤੇ ਨੈਚੁਰਲੀ ਜੋ ਪੈਸਾ ਉੱਧਰ ਜਾਣਾ ਸੀ ਉਹ ਫਿਕਸ ਡਿਪੋਜ਼ਿਟ ਦੇ ਤੌਰ 'ਤੇ ਬੈਂਕਾਂ 'ਚ, ਤਾਂ ਮਤਲਬ ਇਨਫਲੋ ਵਗੈਰਾ ਵੀ ਜਿਹੜਾ ਹੈ ਉਹ ਵੱਧ ਗਿਆ। ਅਤੇ ਓਵਰਆਲ ਹਾਂ ਇਟ ਇਜ਼ ਅ ਵੈਰੀ ਗੁੱਡ ਬਜਟ, ਬੜਾ ਗਰੋਥ ਓਰੀਐਂਟਡ ਹੈ। ਨੈਚੁਰਲੀ ਜਿੱਦਾਂ ਕਿ ਮੈਂ ਦੱਸਿਆ ਕਿ ਬਈ ਜੇ ਗਰੋਥ ਹੋਣੀ ਹੈ ਤਾਂ ਫਾਈਨੈਂਸ਼ੀਅਲ ਇੰਸਟੀਟਿਊਸ਼ਨਸ ਤਾਂ ਸਟਰੋਂਗ ਹੋਣੇ ਜ਼ਰੂਰੀ ਹੈ। ਜੇ ਆਪਾਂ ਹਿਸਟਰੀ ਦੀ ਗੱਲ ਕਰੀਏ, ਜਿਹੜੀ 18-19 ਸੈਂਚੁਰੀ 'ਚ ਆਪਣੀ ਜਿਹੜੀ ਇੰਡਸਟਰੀਅਲ ਰੈਵੋਲੂਸ਼ਨ ਆਈ ਸੀ, ਜੇ ਕਿਤੇ ਉੱਥੇ ਕਮਰਸ਼ੀਅਲ ਬੈਂਕ ਸਟਰੋਂਗ ਨਾ ਹੁੰਦੇ ਤਾਂ ਉੱਥੇ ਕਦੀ ਇੰਡਸਟਰੀਅਲ ਰੈਵੋਲੂਸ਼ਨ ਨਹੀਂ ਆਉਣੀ ਸੀ। ਅਤੇ ਮਤਲਬ ਬੈਂਕ ਦਾ ਤਾਂ ਬਹੁਤ ਹੀ ਮਤਲਬ ਅਹਿਮ ਯੋਗਦਾਨ ਹੁੰਦਾ ਅਤੇ ਮਤਲਬ ਬੜਾ ਨੈਚੁਰਲੀ ਜੇ ਡਿਵੈਲਪਮੈਂਟ ਹੋਣੀ ਹੈ ਤਾਂ ਬੈਂਕ ਵਗੈਰਾ ਤਾਂ ਗਰੋਥ ਹੋਏਗੀ। ਬਿਲਕੁਲ। ਤੇ ਇਸ ਬਜਟ ਦੇ ਵਿੱਚ ਜਿਹੜੀ ਸਭ ਤੋਂ ਵੱਡੀ ਗੱਲ ਹੋਈ ਆ ਉਹ ਕੋਆਪਰੇਟਿਵ ਦੇ ਲਈ ਹੋਈ ਹੈ ਕਿ ਉਹਦੀ ਅਲੱਗ ਮਿਨਿਸਟਰੀ ਬਣ ਗਈ ਹੈ, ਜੋ ਕਿ ਕਾਫੀ ਲੰਬੇ ਸਮੇਂ ਤੋਂ ਸ਼ਾਇਦ ਮੰਗ ਸੀਗੀ। ਬਿਲਕੁਲ ਮੈਡਮ, ਉਹ ਤਾਂ ਸੀਗੀ। ਦੇਖੀਏ ਹੁਣ ਤਾਂ ਸੈਂਟਰਲ ਗਵਰਨਮੈਂਟ ਨੇ ਵੀ ਆਪਣਾ ਇੱਕ ਮੰਤਰਾ ਦਿੱਤਾ ਹੈ ਜਿਹੜਾ ਹੈ ਸਹਿਕਾਰ ਸੇ ਸਮਰਿੱਧੀ। ਮਤਲਬ ਜੇ ਪ੍ਰੋਸਪੈਰਿਟੀ ਕਰਨੀ ਹੈ ਤਾਂ ਸਹਿਕਾਰ ਬੜਾ ਜ਼ਰੂਰੀ ਹੈ। ਉਹ ਕਹਿੰਦੇ ਨਾ ਜੀ, ਬਿਨਾਂ ਸੰਸਕਾਰ ਨਹੀਂ ਸਹਿਕਾਰ ਔਰ ਬਿਨਾਂ ਸਹਿਕਾਰ ਨਹੀਂ ਉਦਾਰ।
ਤੇ ਮਤਲਬ ਜੇ ਆਪਣੀ ਕੰਟਰੀ ਨੇ ਡਿਵੈਲਪ ਕਰਨਾ ਜਾਂ ਕੁਝ ਕਰਨਾ ਤੇ ਕੋਆਪਰੇਟਿਵ ਸੈਕਟਰ ਵੀ ਸਟਰੋਂਗ ਹੋਣਾ, ਜਿੱਦਾਂ ਦਿਸ ਇਜ਼ ਅ ਕੋਆਪਰੇਟਿਵ ਬੈਂਕ, ਤੇ ਕੋਆਪਰੇਟਿਵ ਸੈਕਟਰ ਸਟਰੋਂਗ ਹੋਣਾ ਬੜਾ ਅੱਛਾ ਹੈ। ਤੇ ਇਸ ਵਾਰ ਬਜਟ ਜਿਹੜਾ ਹੈ, ਇੱਕ ਤਾਂ ਵੀ ਆਰ ਵੈਰੀ ਗ੍ਰੇਟਫੁਲ, ਇੱਕ ਤਾਂ ਮਿਨਿਸਟਰੀ ਵਗੈਰਾ ਜਿਹੜੀ ਬਣ ਗਈ ਹੈ, ਪਰ ਜਿਹੜੀ ਸਭ ਤੋਂ ਵਧੀਆ ਗੱਲ ਇਸ ਬਜਟ 'ਚ ਹੋਈ ਹੈ ਉਹ ਬੜਾ ਸਬਸਟੈਂਸ਼ੀਅਲ ਪੋਰਸ਼ਨ ਜਿਹੜਾ ਹੈ ਉਹ ਕੋਆਪਰੇਟਿਵ ਨੂੰ ਐਲੋਕੇਟ ਕੀਤਾ ਗਿਆ ਹੈ, ਟੂ ਕੋਆਪਰੇਟਿਵ ਟ੍ਰੇਨਿੰਗ ਇੰਸਟੀਟਿਊਟਸ ਔਰ ਐਸੀ ਇੱਦਾਂ ਚੀਜ਼ਾਂ। ਪਲੱਸ ਜਿਹੜੇ ਕਈ ਮੈਨੂਫੈਕਚਰਿੰਗ ਕੋਆਪਰੇਟਿਵਸ ਹੈ ਉਹਨਾਂ ਦੀ ਜਿਹੜੀ ਟੈਕਸ ਸਲੈਬਸ ਵਗੈਰਾ ਹੈ ਜੋ ਪਹਿਲਾਂ 30% ਹੁੰਦੀ ਸੀ ਉਹ ਘਟਾ ਕੇ 15% ਕਰਤੀ ਹੈ। ਇੱਦਾਂ ਦੇ ਕੋਆਪਰੇਟਿਵਸ ਨੂੰ ਬਹੁਤ ਬੈਨੀਫਿਟ ਹੈ, ਜਿੱਦਾਂ ਕੈਸ਼ ਟ੍ਰਾਂਜੈਕਸ਼ਨ, ਜਿੱਦਾਂ ਸਾਡੇ ਪਿੰਡ ਦੇ ਪੱਧਰ ਤੇ ਪ੍ਰਾਇਮਰੀ ਐਗਰੀਕਲਚਰ ਸੁਸਾਇਟੀਆਂ ਹੁੰਦੀਆਂ, ਮਤਲਬ ਉਹ ਹਰ ਜਗ੍ਹਾ ਬੈਂਕ ਤਾਂ ਖੁੱਲ੍ਹ ਨਹੀਂ ਸਕਦਾ, ਤੇ ਮਤਲਬ ਕਾਮਨ ਮੈਨ ਉਹਦੇ ਨਾਲ ਜਿਹੜਾ ਹੈ ਉਹ ਜੁੜਦਾ ਹੈ। ਤੇ ਉਹਦੀ ਜਿਹੜੀ ਕੈਸ਼ ਟ੍ਰਾਂਜੈਕਸ਼ਨ ਜੋ ਪਹਿਲਾਂ 20,000 ਤੱਕ ਸੀਮਿਤ ਸੀ ਉਹ ਵਧਾ ਕੇ ਇਹਨਾਂ ਨੇ 2 ਲੱਖ ਕਰਤੀ। ਮਤਲਬ ਇੱਦਾਂ ਇੱਕ TDS ਵਾਲਾ ਵੀ ਹੈ ਜਿਹੜਾ ਉਹ 1 ਕਰੋੜ ਕੈਸ਼ ਦਾ ਹੁੰਦਾ ਸੀ, ਉਹ ਵੀ ਵਧਾ ਕੇ ਇਹਨਾਂ ਨੇ 3 ਕਰੋੜ ਕਰਤਾ। ਤੇ ਬੜੇ ਹੀ ਵੈਲਕਮਿੰਗ ਸਟੈਪਸ ਹੈ। ਬਿਲਕੁਲ, ਤੁਸੀਂ ਗੱਲ ਕੀਤੀ ਇੱਥੇ ਕਿ ਪੇਂਡੂ ਖੇਤਰ ਦੇ ਵਿੱਚ ਬੜੀ ਇਹਦਾ ਲਾਭ ਹੋਵੇਗਾ, ਕਿਉਂਕਿ ਹੁਣ ਪ੍ਰਾਈਵੇਟ ਬੈਂਕ ਦੇ ਵੱਲ ਵੀ ਲੋਕ ਆ ਸਕਦੇ ਨੇ, ਹੈ ਨਾ। ਪਹਿਲਾਂ ਸਰਕਾਰੀ ਬੈਂਕ ਦੇ ਕੋਲੋਂ ਵਿਆਜ ਲੈਣਾ ਜ਼ਿਆਦਾ ਬੈਟਰ ਸਮਝਦੇ ਸੀਗੇ ਲੋਕ। ਹੁਣ ਲੱਗਦਾ ਹੈ ਕਿ ਜਿਹੜਾ ਵਿਆਜ ਦਰ ਜੇ ਘਟੀ ਹੈ ਤਾਂ ਹੁਣ ਜਿਹੜੇ ਆ ਲੋਕ ਆ ਜ਼ਿਆਦਾ ਅਟਰੈਕਟ ਹੋਣਗੇ ਪ੍ਰਾਈਵੇਟ ਦੇ ਵੱਲ। ਨਹੀਂ, ਉਹ ਤਾਂ ਦੇਖੋ ਹੁੰਦਾ ਹੀ, ਹੁਣ ਤਾਂ ਜਿਹੜਾ ਹੈ ਇਫ ਯੂ ਸੀ ਇਟ ਇਜ਼ ਐਨ ਰਾਈਜ਼ਿੰਗ ਇੰਟਰਸਟ ਰੇਟ ਸਿਨਾਰੀਓ, ਜਿਹੜਾ ਹੁਣ 2-4 ਦਿਨਾਂ 'ਚ ਸਾਡੇ ਜਿਹੜੇ ਗਵਰਨਮੈਂਟ ਹੈ, ਆਪਣੇ ਗਵਰਨਰ ਹੈ ਸ਼ਕਤੀਕਾਂਤਾ ਦਾਸ ਜੀ, ਉਹਨਾਂ ਨੇ ਵੀ ਬੋਲਣਾ ਹੈ। ਤੇ ਪਹਿਲਾਂ ਵੀ ਰੇਟ ਹਾਈਕ ਹੁੰਦੇ, ਜਦੋਂ ਰਿਜ਼ਰਵ ਬੈਂਕ ਰੇਟ ਹਾਈਕ ਕਰ ਦਿੰਦਾ ਆਟੋਮੈਟਿਕਲੀ ਬੈਂਕ ਜਿਹੜੇ ਡਿਪੋਜ਼ਿਟਸ 'ਤੇ ਵੀ ਰੇਟ ਹਾਈਕ ਆਪਣਾ ਕਰਦੇ ਆ। ਤੇ ਉਹ ਤਾਂ ਦੇਖੋ ਐਕਸਪੈਕਟਡ ਹੈ, ਡਿਪੋਜ਼ਿਟ ਤਾਂ ਮਤਲਬ ਰੇਟ ਜਿਹੜਾ ਉਹ ਤਾਂ ਲੁਕਰੇਟਿਵ ਅਸੀਂ ਆਫਰ ਕਰ ਹੀ ਰਹੇ ਹਾਂ, ਹੋਰ ਵੀ ਦੇਖਦੇ ਹਾਂ ਕੀ ਦਾ ਹੁੰਦਾ। ਜਿਹੜੀ ਲੋਨਿੰਗ ਦੀ ਆਪਾਂ ਗੱਲ ਕਰੀਏ, ਜਿਹੜੀ ਮੈਂ ਤੁਹਾਨੂੰ ਸਕੀਮ ਦੀ ਗੱਲ ਦੱਸਦਾ ਸੀ, ਉਹ CGTME, ਉਹਦੇ ਨਾਲ ਕ੍ਰੈਡਿਟ ਕਾਸਟ ਜਿਹੜੀ ਹੈ ਉਹ ਘਟੇਗੀ ਇੰਡਸਟਰੀ ਨੂੰ, ਮਤਲਬ ਉਹਨਾਂ ਨੂੰ ਜਿਹੜਾ ਹੈ ਸਸਤਾ ਪੈਸਾ ਮਿਲੇਗਾ, ਵਧੀਆ ਮਿਲੇਗਾ, ਔਰ ਬਿਲਕੁਲ ਉਹ ਗਾਰੰਟਿਡ ਵੀ ਹੈ ਗਵਰਨਮੈਂਟ ਕਰਕੇ। ਤਾਂ ਨੈਚੁਰਲੀ ਜ਼ਿਆਦਾ ਕਰਕੇ ਗਰੋਥ ਹੋ ਜਾਂਦੀ ਹੈ ਨਾ। ਬੇਸਿਕਲੀ ਤਾਂ ਸਾਰੀ ਫੰਡ ਗੇਮ ਹੈ ਨਾ ਜੀ, ਹਰ ਚੀਜ਼ ਲਈ ਤੁਹਾਨੂੰ ਪੈਸਾ ਚਾਹੀਦਾ, ਉਹ ਫੈਸਿਲਿਟੇਟ ਬੈਂਕ ਥਰੂ ਹੋਣਾ। ਤਾਂ ਹੀ ਮੈਂ ਕਹਿਣਾ ਜੋ ਵੀ ਹੈ ਬੈਂਕਿੰਗ ਬੇਸਿਕਲੀ ਇੱਕ ਚੈਨਲ ਹੈ ਜਿਹਨੇ ਇਹ ਚੀਜ਼ਾਂ ਕਰਾਉਣੀਆਂ। ਬਿਲਕੁਲ। ਸੋ ਕਾਫੀ ਫਾਇਦਾ ਜਿੱਦਾਂ ਹੋਣ ਵਾਲਾ ਹੈ ਕਿ ਮਤਲਬ ਕੋਆਪਰੇਟਿਵ ਨੂੰ ਕਾਫੀ ਕੁਝ ਮਿਲਿਆ ਹੈ ਇਸ ਵਾਰ ਬਜਟ ਤੋਂ। ਪਰ ਇੱਥੇ ਹੁਣ ਗੱਲ ਇਹ ਆ ਜਾਂਦੀ ਹੈ ਕਿ ਇਹਦੇ ਵਿੱਚ ਆਮ ਲੋਕਾਂ ਦਾ ਕੀ ਫਾਇਦਾ ਹੋਏਗਾ, ਤੇ ਜੇ ਆਮ ਲੋਕਾਂ ਦਾ ਫਾਇਦਾ ਹੋਏਗਾ ਤਾਂ ਬੈਂਕ ਨੂੰ ਕੀ ਫਾਇਦਾ ਹੋਵੇਗਾ? ਜਿੱਦਾਂ ਮੈਂ ਦੇਖੋ ਤੁਹਾਨੂੰ ਮੈਂ ਗੱਲ ਦੱਸੀ ਸੀ, ਜਿੱਦਾਂ ਹੁਣ ਉਹ ਟੈਕਸ ਸਲੈਬਸ ਵਗੈਰਾ ਆਮ ਲੋਕਾਂ ਦੀ ਇਹਨਾਂ ਨੇ ਹੈ ਨਾ ਉਹ 7 ਲੱਖ ਵਗੈਰਾ ਕਰਤੀ। ਕੰਜ਼ੰਪਸ਼ਨ ਹੋ ਗਈ ਨਾ, ਤੁਹਾਡੇ ਕੋਲ ਪੈਸਾ ਆ ਗਿਆ ਨਾ, ਜਿਹੜਾ ਸਰਕਾਰ ਨੇ ਲੈਣਾ ਸੀ ਤੁਹਾਡੇ ਕੋਲ ਆ ਗਿਆ। ਹੁਣ ਤੁਹਾਡੇ ਕੋਲ ਆ ਗਿਆ, ਜਾਂ ਤੁਸੀਂ ਬੈਂਕ 'ਚ ਰੱਖੋਗੇ, ਇੰਟਰਸਟ ਲਓਗੇ, ਨਹੀਂ ਹੈ ਤੁਸੀਂ ਕਿਤੇ ਖਰਚ ਕਰੋਗੇ। ਤੁਸੀਂ ਖਰਚ ਕਰੋਗੇ ਤਾਂ ਡਿਮਾਂਡ ਪੈਦਾ ਹੋ ਗਈ ਹੈ ਨਾ। ਡਿਮਾਂਡ ਪੂਰੀ ਕਰਨ ਲਈ ਜਿੱਥੇ ਪਹਿਲਾਂ ਇੱਕ ਪੈਨ ਬੰਦਾ ਸੀ, ਹੁਣ ਹਰ ਬੰਦੇ ਕੋਲ ਪੈਸੇ ਆ ਗਏ ਤਾਂ ਡਿਮਾਂਡ ਵੱਧ ਗਈ ਨਾ। ਲੋਕਾਂ ਨੂੰ 10 ਪੈਨ ਚਾਹੀਦੇ ਆ, ਕੁਝ ਚਾਹੀਦੇ, ਪੈਨ ਵਾਲੀ ਪ੍ਰੋਡਕਸ਼ਨ ਅਪ ਹੋ ਗਈ। ਪ੍ਰੋਡਕਸ਼ਨ ਅਪ ਹੋ ਗਈ ਤੇ ਉਧਰ ਵੀ ਉਹਨਾਂ ਨੂੰ ਕ੍ਰੈਡਿਟ ਚਾਹੀਦਾ ਆਪਣਾ ਕੰਮ ਵਧਾਉਣ ਲਈ, ਉਹ ਸਾਰਾ ਬੈਂਕਾਂ ਦੇ ਥਰੂ ਹੀ ਜਾਣਾ। ਮਤਲਬ ਜਿਹੜਾ ਹੈ ਉਹ ਫੈਸਿਲਿਟੇਟ ਤਾਂ ਬੈਂਕ ਨੇ ਕਰਨਾ ਨਾ ਜਿਹੜਾ ਹੈ। ਤਾਂ ਫਿਰ ਬੈਂਕ ਨੂੰ ਤਾਂ ਬੇਸਿਕਲੀ ਤਾਂ ਹੀ ਤੁਸੀਂ ਦੇਖੋ ਜਿਹੜੀ ਸਾਡੀ ਹੁਣ ਕ੍ਰੈਡਿਟ ਗਰੋਥ ਵੀ ਹੈ ਉਹ ਡਬਲ ਡਿਜਿਟ ਹੈ। ਜੋ ਕਰੋਨਾ 'ਚ ਬਿਲਕੁਲ ਹੀ ਕੰਮ ਠੱਪ ਹੋ ਗਿਆ ਸੀ, ਹੁਣ ਕਾਫੀ ਲੋਕਾਂ ਦਾ ਕੰਮ ਵਗੈਰਾ ਜਿਹੜਾ ਹੈ ਹਾਂ ਦੁਬਾਰਾ ਉਹ ਕਰਕੇ, ਤੇ ਨੈਚੁਰਲੀ ਬੈਂਕ ਨੂੰ ਇੰਟਰਸਟ ਇਨਕਮ ਤਾਂ ਫਿਰ ਆਉਂਦੀ ਹੈ ਨਾ ਜੀ। ਜੇ ਲੋਨ ਚੜਨਗੇ ਵਧੀਆ, ਜੇ ਦੁਨੀਆ ਆਪਣਾ ਦੇਸ਼ ਅੱਗੇ ਵਧੇਗਾ ਤੇ ਬੈਂਕ ਵੀ ਤਾਂ ਫਿਰ ਨਾਲ ਹੀ। ਤੁਸੀਂ ਕੀ ਸੋਚਦੇ ਹੋ, ਤੁਸੀਂ ਆਪਣੀ ਕੀ ਰਾਏ ਦਿੰਦੇ ਹੋ ਕਿ ਇਸ ਬਜਟ ਦੇ ਨਾਲ ਦੇਸ਼ ਅਗਲੇ 5 ਸਾਲ ਦੇ ਵਿੱਚ ਕਿੱਥੇ ਗਰੋ ਕਰੇਗਾ ਜਾਂ ਕਿੱਥੇ ਪਹੁੰਚ ਸਕਦਾ ਹੈ ਇਫ ਚੱਲੇ ਇਸ ਸਿਸਟਮ ਦੇ ਨਾਲ? ਦੇਖੋ ਮੈਡਮ ਜੀ, ਤੁਸੀਂ ਹੁਣ ਦੇਖੋ, ਹੁਣ ਪਤਾ ਨਹੀਂ ਰਿਪੋਰਟ ਤੁਸੀਂ ਪੜ੍ਹਦੇ ਹੋ ਕਿ ਨਹੀਂ, ਜਿਹੜਾ ਉਹ ਇੰਟਰਨੈਸ਼ਨਲ ਮੋਨਿਟਰੀ ਫੰਡ ਹੈ ਉਹਨੇ ਵੀ ਇਹ ਗੱਲ ਕਹੀ ਹੈ ਕਿ ਮਤਲਬ ਹੁਣ ਜਿੱਥੇ ਦੁਨੀਆ 'ਚ ਹਾਲਾਤ ਤਾਂ ਕਾਫੀ ਲੜਾਈ ਲੱਗੀ ਹੈ, ਕਿਤੇ ਤੁਸੀਂ ਦੇਖੋ ਤੇਲ ਦਾ ਹਾਲ ਕਿੱਥੇ ਜਾ ਰਿਹਾ, ਬੜਾ ਮਤਲਬ ਪ੍ਰੋਬਲਮ ਹੈ। ਪਰ ਜਿਹੜਾ ਇੰਡੀਆ ਉਹਨੂੰ ਲੋਕ ਐਜ਼ ਅ ਬ੍ਰਾਈਟ ਸਪੌਟ ਦੇਖਦੇ ਹੈ, ਠੀਕ ਹੈ ਨਾ। ਮਤਲਬ ਪਹਿਲਾਂ ਜਿੱਥੇ ਆਪਣਾ ਦੇਸ਼ ਸੀਕਰ ਜਾਂ ਹੁੰਦਾ ਸੀ, ਉਹਨੇ ਸੋਲਿਊਸ਼ਨ ਗਿਵਰ ਹੋ ਗਿਆ। G20 ਦੀ ਪ੍ਰੈਜ਼ੀਡੈਂਸੀ ਆ ਗਈ, ਮਤਲਬ ਇਹ ਬੜੀ ਵੱਡੀ ਅਚੀਵਮੈਂਟ ਹੈ। ਹੁਣ ਜੇ ਗੱਲ ਆਪਣੀ ਕੀਤੀ ਜਾਵੇ ਤਾਂ ਕਰੰਟਲੀ ਅਸੀਂ ਜਿਹੜੇ ਹੈ 5th ਲਾਰਜੈਸਟ ਇਕੋਨਮੀ ਹੈ। ਇਸੇ ਸਪੀਡ ਤੱਕ ਜੇ ਅਸੀਂ ਚੱਲਦੇ ਰਹੇ, ਇਟ ਇਜ਼ ਐਨਵਿਸੇਜਡ ਕਿ 2035 ਤੱਕ ਅਸੀਂ ਜਿਹੜਾ ਹੈ 3ਜੇ ਨੰਬਰ ਤੇ ਆ ਜਾਵਾਂਗੇ। ਤੇ ਮਤਲਬ ਇਹ ਬਹੁਤ ਹੀ ਵੱਡੀ ਅਚੀਵਮੈਂਟ ਹੈ। ਬਿਲਕੁਲ। ਤੇ ਮਤਲਬ ਮੈਂ ਤਾਂ ਸਮਝਦਾ ਅਸੀਂ ਟਰੈਕ ਤੇ ਪੈ ਗਏ। ਜੇ ਇਦਾਂ ਹੀ ਸਪੀਡਾਂ ਫੜਦੇ ਰਹੇ ਤਾਂ ਡੈਫੀਨੇਟਲੀ ਬਾਈ 2035 ਅਸੀਂ 5th to 3rd ਨੰਬਰ ਤੇ ਆਵਾਂਗੇ, ਤੇ ਹੋਰ ਅੱਗੇ ਵੀ ਜੇ ਠੀਕ ਰਿਹਾ। ਬਿਲਕੁਲ। ਸੋ ਬਹੁਤ ਬਹੁਤ ਧੰਨਵਾਦ, ਤੁਸੀਂ ਸਾਡੇ ਨਾਲ ਗੱਲਬਾਤ ਸਾਂਝੀ ਕੀਤੀ। ਥੈਂਕ ਯੂ ਮੈਡਮ, ਥੈਂਕ ਯੂ ਸੋ ਮਚ। ਸੋ ਇੱਥੇ ਗੱਲਬਾਤ ਕੀਤੀ ਕਿ ਆਖਿਰ ਬਜਟ ਦੇ ਜਿਹੜੇ ਜਿੰਨੇ ਵੀ ਸੈਕਟਰ ਨੂੰ ਇਸ ਵਾਰ ਬਜਟ ਜਿਹੜਾ ਮਿਲਿਆ ਹੈ ਉਹਦੇ ਵਿੱਚ ਕਿਸ ਚੀਜ਼ ਦਾ ਧਿਆਨ ਰੱਖਿਆ ਗਿਆ ਹੈ। ਦਰਅਸਲ ਮੋਦੀ ਸਰਕਾਰ ਦਾ ਇਹ ਕਹਿਣਾ ਹੈ ਕਿ ਉਹਨਾਂ ਨੇ ਅਗਲੇ 10 ਸਾਲ ਦੀ ਪਲੈਨਿੰਗ, ਅਗਲੇ 15 ਸਾਲ ਤੱਕ ਦੀ ਪਲੈਨਿੰਗ, ਦੇਸ਼ ਨੂੰ ਕਿੱਥੇ ਲੈ ਕੇ ਜਾਣਾ ਹੈ, ਕਿੱਥੇ ਖੜਾ ਕਰਨਾ ਹੈ, ਇਸ ਨੂੰ ਲੈ ਕੇ ਇਹ ਜਿਹੜਾ ਬਜਟ ਬਣਾਇਆ ਹੈ। ਤੇ ਇਸ ਦੀ ਜਿਹੜੀ ਬਹੁਤ ਸਾਰੇ ਲੋਕਾਂ ਦੇ ਵੱਲੋਂ ਆਲੋਚਨਾ ਵੀ ਕੀਤੀ ਗਈ ਤੇ ਬਹੁਤ ਸਾਰੇ ਲੋਕਾਂ ਨੇ ਇਹ ਵੀ ਕਿਹਾ ਕਿ ਇਹ ਬਹੁਤ ਹੀ ਕਾਰਗਰ ਬਜਟ ਜਿਹੜਾ ਆ ਉਹ ਸਾਬਿਤ ਹੋ ਸਕਦਾ ਹੈ। ਕੈਮਰਾਮੈਨ ਪਵਨ ਕਨੋਜੀਆ ਦੇ ਨਾਲ ਰਜਿੰਦਰ ਕੌਰ, ਦੈਨਿਕ ਸਵੇਰਾ।